कदी ऐसा सोचा सीगा कि कदी सुखबीर सिंह बादल के घर उदा तुसीं आंदे जांदे सी, अज उन्हां दे घर दे बाहर धरना भी देना पएगा? मैं सुखबीर सिंह बादल के घर आंदा सी जदों मैं अकाली दल नूं रिप्रेजेंट करदा सी। अज मैं संगत की भावना लैके आया, अज गुरु वास्ते आया वां। अज दे आने च और पहले दे आने च बहुत फर्क है। साडे गुरु साहब जिहड़े ने वो कित्थे ने, इह साथ सुखबीर सिंह बादल नूं दसना पएगा। इन्हां क्लर्कां दे इन्हां मैनेजरां दे उत्ते कार्रवाई नहीं होनी चाहिदी। वो मगरमच्छ जब तक दसन जिन्हां ने डेरियां नूं दे के महाराज दे सरूपां दी बेदबी कीती है, और असी वो डेरियां तो चुक के लियावांगे, उन्हां घरां चों चुक के लियावांगे जिथे मर्यादा नहीं है। ਅਸੀਂ ਕਿਸੇ ਕਿਸਮ ਦੀ ਹੁੱਲੜਬਾਜ਼ੀ ਜਾਂ ਬੈਰੀਅਰ ਨਹੀਂ ਤੋੜਨੇ। ਅਸੀਂ ਕਿਸੇ ਕਿਸਮ ਦਾ ਪੁਲਿਸ ਦੇ ਨਾਲ ਕੋਈ ਧੱਕਾ ਨਹੀਂ ਕਰਨਾ। ਪਛਤਾਪ ਕਰਨ ਆਏ ਆ, ਪਾਠ ਕੀਤਾ, ਅਰਦਾਸ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਜ਼ਮੀਰ ਜਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚ ਦੇਖ ਰਹੇ ਦਰਸ਼ਕਾਂ ਦਾ ਦਾਸ ਗੁਰਪ੍ਰੀਤ ਸਿੰਘ ਕੋਈ ਸਵਾਗਤ ਕਰਦਾ ਹੈ। ਤੁਸੀਂ ਦੇਖ ਰਹੇ ਹੋ ਕਿ ਅਸੀਂ ਮੌਜੂਦ ਹੈਗੇ ਹਾਂ ਦਿੱਲੀ ਦੇ ਵਿੱਚ। ਸੁਖਬੀਰ ਸਿੰਘ ਬਾਦਲ ਦੇ ਘਰ ਦੇ ਬਾਹਰ ਜੋ ਹੈ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਮਨਜੀਤ ਸਿੰਘ ਜੀ ਕੇ ਅਤੇ ਜਾਗੋ ਪਾਰਟੀ ਜਗ ਆਸਰਾ ਗੁਰੂ ਓਟ ਪਾਰਟੀ ਵੱਲੋਂ। ਆਪਾਂ ਦਿਖਾ ਰਹੇ ਹਾਂ ਤਸਵੀਰਾਂ, ਤੁਸੀਂ ਦੇਖ ਰਹੇ ਹੋ ਇਸ ਟਾਈਮ ਲੋਕ ਕਲਿਆਣ ਮਾਰਗ ਦੇ ਕੋਲ ਜਿਹੜਾ ਹੈਗਾ ਉੱਥੇ ਜੋ ਹੈ ਸੰਗਤਾਂ ਔਰ ਮਨਜੀਤ ਸਿੰਘ ਜੀ ਕੇ ਔਰ ਆਪਣੀ ਪਾਰਟੀ ਦੇ ਨਾਲ ਇੱਥੇ ਜੁੜੇ ਨੇ। ਔਰ ਤੁਸੀਂ ਦੇਖ ਸਕਦੇ ਹੋ ਸਵਾਲ ਪੁੱਛੇ ਜਾ ਰਹੇ, ਜੋ ਫਲੈਕਸ ਲਗਾਈ ਜਾ ਰਹੀ, ਹੱਥਾਂ 'ਚ ਪਲੇ ਕਾਰਡ ਫੜੇ ਹੋਏ ਨੇ। ਸੁਖਬੀਰ ਜੀ ਦੱਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕਿੱਥੇ ਹਨ? ਜਗ ਆਸਰਾ ਗੁਰੂ ਓਟ ਪਾਰਟੀ ਵੱਲੋਂ ਹੈ ਜੋ ਹੈ ਇਹ ਪ੍ਰਦਰਸ਼ਨ ਜੋ ਹੈ ਦਿੱਲੀ ਦੇ ਵਿੱਚ ਰੱਖਿਆ ਗਿਆ ਹੈਗਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਬਾਹਰ। ਔਰ ਤੁਸੀਂ ਦੇਖ ਸਕਦੇ ਹੋ ਕਿ ਜਾਗੋ ਪਾਰਟੀ ਦੀਆਂ ਜੋ ਨੁਮਾਇੰਦਾ ਔਰ ਜਥੇਬੰਦੀਆਂ ਜਿਹੜੀਆਂ ਸਾਰੇ ਇੱਥੇ ਮੌਜੂਦ ਨੇ। ਔਰ ਇੱਥੇ ਆ ਕੇ ਜੋ ਹੈ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਵੀ ਕੀਤਾ ਅਤੇ ਉਸ ਤੋਂ ਇਲਾਵਾ ਚੌਪਈ ਸਾਹਿਬ ਦੇ ਪਾਠ ਅਤੇ ਅਰਦਾਸ ਕਰਕੇ ਇਸ ਜਿਹੜਾ ਹੈਗਾ ਪ੍ਰੋਗਰਾਮ ਦੇ ਵਿੱਚ ਸੰਬੋਧਨ ਦਿੱਤਾ ਹੈਗਾ। ਔਰ ਆਪਾਂ ਇਸ ਦੇ ਵਿੱਚ ਮਨਜੀਤ ਸਿੰਘ ਜੀ ਕੇ ਇੱਥੇ ਸਾਡੇ ਨਾਲ ਇੱਥੇ ਮੌਜੂਦ ਵੀ ਨੇ। ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਇੱਥੇ ਜੋ ਪ੍ਰਦਰਸ਼ਨ ਜੋ ਉਹਨਾਂ ਵੱਲੋਂ ਧਰਨਾ ਜੋ ਹੈ ਇੱਥੇ ਕੀਤਾ ਜਾ ਰਿਹਾ ਹੈਗਾ। ਇੱਕ ਛੋਟੇ ਸਵਾਲ ਦੇ ਨਾਲ ਜੀ ਕੇ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਛੋਟਾ ਸਵਾਲ, ਕੀ ਕਹਿਣਾ ਚਾਹੋਗੇ? ਕਦੀ ਐਸਾ ਸੋਚਿਆ ਸੀਗਾ ਕਿ ਕਦੀ ਸੁਖਬੀਰ ਸਿੰਘ ਬਾਦਲ ਦੇ ਘਰ ਉਦਾਂ ਤੁਸੀਂ ਆਂਦੇ ਜਾਂਦੇ ਸੀ, ਅੱਜ ਉਹਨਾਂ ਦੇ ਘਰ ਦੇ ਬਾਹਰ ਧਰਨਾ ਵੀ ਦੇਣਾ ਪਏਗਾ? ਮੈਂ ਸੁਖਬੀਰ ਸਿੰਘ ਬਾਦਲ ਦੇ ਘਰ ਆਂਦਾ ਸੀ ਜਦੋਂ ਮੈਂ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦਾ ਸੀ। ਅੱਜ ਮੈਂ ਸੰਗਤ ਦੀ ਭਾਵਨਾ ਲੈ ਕੇ ਆਇਆ, ਅੱਜ ਗੁਰੂ ਵਾਸਤੇ ਆਇਆ ਵਾਂ। ਅੱਜ ਦੇ ਆਣੇ ਚ ਔਰ ਪਹਿਲੇ ਦੇ ਆਣੇ ਚ ਬਹੁਤ ਫਰਕ ਹੈ। ਮੈਂ ਸਮਝਦਾ ਇਹਦੇ ਚੋਂ ਸਿਆਸਤ ਨਹੀਂ ਕੋਈ ਕੱਢੀ ਜਾ ਰਹੀ। ਸਾਡੇ ਗੁਰੂ ਸਾਹਿਬ ਜਿਹੜੇ ਨੇ ਉਹ ਕਿੱਥੇ ਨੇ, ਇਹ ਸਾਥ ਸੁਖਬੀਰ ਸਿੰਘ ਬਾਦਲ ਨੂੰ ਦੱਸਣਾ ਪਏਗਾ। ਇਹਨਾਂ ਕਲਰਕਾਂ ਦੇ ਇਹਨਾਂ ਮੈਨੇਜਰਾਂ ਦੇ ਉੱਤੇ ਕਾਰਵਾਈ ਨਹੀਂ ਹੋਣੀ ਚਾਹੀਦੀ। ਉਹ ਮਗਰਮੱਛ ਜਦ ਤੱਕ ਦਸਣ ਜਿਨ੍ਹਾਂ ਨੇ ਡੇਰਿਆਂ ਨੂੰ ਦੇ ਕੇ ਮਹਾਰਾਜ ਦੇ ਸਰੂਪਾਂ ਦੀ ਬੇਦਬੀ ਕੀਤੀ ਹੈ, ਔਰ ਅਸੀਂ ਉਹ ਡੇਰਿਆਂ ਤੋਂ ਚੁੱਕ ਕੇ ਲਿਆਵਾਂਗੇ, ਉਹਨਾਂ ਘਰਾਂ ਚੋਂ ਚੁੱਕ ਕੇ ਲਿਆਵਾਂਗੇ ਜਿੱਥੇ ਮਰਿਆਦਾ ਨਹੀਂ ਹੈ। ਅੱਜ ਦਾ ਧਰਨਾ ਕਿਸ ਤਰੀਕੇ ਵੱਖਰਾ ਇੱਕ ਮੰਨਿਆ ਜਾ ਰਿਹਾ? ਕੋਈ ਨਾਰੇਬਾਜ਼ੀ ਨਹੀਂ ਹੋ ਰਹੀ, ਕੋਈ ਨਾਰੇਬਾਜ਼ੀ ਨਹੀਂ ਹੋ ਰਹੀ, ਕੋਈ ਕੁਝ ਨਹੀਂ ਹੋ ਰਿਹਾ। ਸਿਰਫ ਜਪਜੀ ਸਾਹਿਬ ਦੇ ਪਾਠ ਕੀਤੇ ਗਏ ਆ। ਇੱਕ ਵੱਖਰਾ ਸੰਬੋਧਨ ਦਾ ਤਰੀਕਾ ਕਿਸ ਤਰ੍ਹਾਂ ਅਪਣਾਇਆ, ਇਖਤਿਆਰ ਕੀਤਾ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਇਸ਼ੂ ਤੇ ਆਏ ਆ। ਅਸੀਂ ਕਿਸੇ ਕਿਸਮ ਦੀ ਹੁੱਲੜਬਾਜ਼ੀ ਜਾਂ ਬੈਰੀਅਰ ਨਹੀਂ ਤੋੜਨੇ। ਅਸੀਂ ਕਿਸੇ ਕਿਸਮ ਦਾ ਪੁਲਿਸ ਦੇ ਨਾਲ ਕੋਈ ਧੱਕਾ ਨਹੀਂ ਕਰਨਾ। ਅਸੀਂ ਆਪਣਾ ਜੋ ਮਨ ਮੰਨਿਆ ਪਛਤਾਪ ਕਰਨ ਆਏ ਆ, ਪਾਠ ਕੀਤਾ, ਅਰਦਾਸ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਜ਼ਮੀਰ ਜਾਗੇ। ਅਸੀਂ ਉਸ ਵਾਸਤੇ ਆਏ। ਲੱਗਦਾ ਫਰਕ ਪਾਏਗਾ? ਇਹ ਗੁਰੂ ਜਾਣਦਾ ਹੈ, ਗੁਰੂ ਸੋਝੀ ਪਾਵੇ ਤਾਂ ਸਭ ਕੁਝ ਹੋ ਸਕਦਾ। ਠੀਕ ਹੈ ਜੀ, ਦੇਖ ਸਕਦੇ ਤੁਹਾਡੇ ਸਾਹਮਣੇ ਹੀ ਹੈ ਜੋ ਕਿ ਇੱਥੇ ਜੋ ਕਿ ਸੰਗਤਾਂ ਮੌਜੂਦ ਹੈ। ਜਾਗੋ ਪਾਰਟੀ ਦੇ ਵੀ ਜੋ ਕਿ ਨੁਮਾਇੰਦੇ ਨੇ, ਹੋਰ ਜੋ ਸਾਰੇ ਉਹਨਾਂ ਦੇ ਨੁਮਾਇੰਦੇ ਨੇ ਉਹ ਵੀ ਇੱਥੇ ਮੌਜੂਦ ਨੇ। ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ। ਇੱਥੇ ਸਾਡੇ ਨਾਲ ਜੋ ਕਿ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ, ਹੋਰ ਕਈ ਗੁਰਦੁਆਰਾ ਸਿੰਘ ਸਭਾ ਦੇ ਜਿਹੜੇ ਪ੍ਰਧਾਨ ਵੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਇੱਥੇ ਮੌਜੂਦ ਨੇ। ਜੀਣਾ ਮਰਨਾ, ਮੈਂ ਸਮਝਦਾ ਕਿ ਅਸੀਂ ਜਿਹੜੇ ਵੀ ਕੋਵਿਡ ਦੇ ਵਿੱਚ ਜੇ ਗੁਰਸਿੱਖਾਂ ਨੇ ਜੋ ਕੰਮ ਕੀਤੇ ਨੇ, ਸਮਾਜ ਦੀ ਸੇਵਾ ਕੀਤੀ ਹੈ, ਉਹ ਸਾਡੇ 10 ਗੁਰੂਆਂ ਨੇ ਔਰ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਰਾਹ ਦਿਖਾਈ ਹੈ। ਲੇਕਿਨ ਅਫਸੋਸ ਦੀ ਗੱਲ ਇਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, 2015 ਦੇ ਵਿੱਚ 13, 14, 15 ਤਿੰਨਾਂ ਸਾਲਾਂ ਦੇ ਵਿੱਚ ਪਹਿਲੇ ਆਈ ਸੀ ਕਿ ਅਗਨ ਭੇਟ ਕੁਝ ਸਰੂਪ ਹੋਏ ਨੇ, ਫਿਰ ਆਇਆ 327 ਸਰੂਪ ਹੋ ਗਏ। ਜੈਦਰ ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਔਰ ਉਸ ਤੋਂ ਬਾਅਦ ਆ ਗਿਆ ਕਿ 327 ਨਹੀਂ 453 ਸਰੂਪ ਹੋ ਗਏ ਨੇ। ਮੈਨੂੰ ਨਹੀਂ ਪਤਾ ਇਹਨਾਂ ਦੀ ਗਿਣਤੀ ਹਜ਼ਾਰਾਂ ਚਲੇ ਜਾਵੇ, ਲੇਕਿਨ ਮੈਂ ਇਹ ਸਮਝਦਾ ਕਿ ਉਸ ਸਥਾਨ ਤੇ ਜਿੱਥੇ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਸੀ, ਰਾਮਸਰ ਸਾਹਿਬ, ਉੱਥੋਂ ਦੀ ਐਡੇ ਸਰੂਪ ਨਿਕਲ ਜਾਣ, ਇੱਕ ਤੈਅ ਕੰਡੀਸ਼ਨਾਂ ਦੇ ਆਧਾਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ ਜਾਂਦਾ। ਪਹਿਲੇ ਉਸ ਘਰ ਦਾ ਮੁਆਇਨਾ ਕੀਤਾ ਜਾਂਦਾ, ਉਸ ਸੰਸਥਾ ਦਾ, ਉਸ ਗੁਰੂ ਘਰ ਦਾ ਮੁਆਇਨਾ ਕੀਤਾ ਜਾਂਦਾ ਕਿ ਇੱਥੇ ਗੁਰੂਆਂ ਦੀ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮੈਂ ਸਮਝਦਾ ਮਰਿਆਦਾ ਪੂਰੀ ਹੋ ਸਕੇਗੀ। ਲੇਕਿਨ ਤੁਸੀਂ 453 ਸਰੂਪ ਤਾਂ ਮੂੰਹ ਮੰਨ ਗਏ, ਹੋਰ ਪਤਾ ਨਹੀਂ ਕਿੰਨੇ ਹੈ। ਉਹ ਕਿੰਨੇ ਦਿੱਤੇ, ਕਿਹਦੇ ਆਰਡਰ ਤੋਂ ਦਿੱਤੇ,
ਉਹਦੇ ਵਾਸਤੇ ਕਿਸ ਤਰੀਕੇ ਨਾਲ ਪਾਲਕੀ ਸਜਾ ਕੇ ਸਰੂਪ ਭੇਜਿਆ ਜਾਂਦਾ ਹੈ। ਗੱਡੀਆਂ ਦੇ ਵਿੱਚ ਮਰਿਆਦਾ ਨਾਲ 5 ਸਿੰਘ ਸਾਹਿਬਾਨ ਨਾਲ, ਉਹ ਕਿਹੜੀ ਗੱਡੀਆਂ, ਕਿਹੜੇ ਟੈਂਪੂ, ਕਿਹੜੇ ਟਰੈਕਟਰ ਟਰਾਲੀਆਂ, ਕਿਹਦੇ 'ਚ ਸਰੂਪ ਗਏ, ਸਾਨੂੰ ਇਹ ਪਤਾ ਲੱਗਣਾ ਚਾਹੀਦਾ। ਅੱਜ ਸ਼੍ਰੋਮਣੀ ਕਮੇਟੀ ਨੇ ਥੱਲੇ ਛੋਟੇ ਅਫਸਰਾਂ ਤੇ ਕਾਰਵਾਈ ਕਰ ਦਿੱਤੀ ਔਰ ਆਖਿਆ ਕਿ ਅਸੀਂ ਕੰਮ ਸ਼ੁਰੂ ਕਰ ਦਿੱਤਾ। ਉਹ ਭਾਈ ਜੇ 2015 'ਚ ਸਰੂਪ ਲਾਪਤਾ ਹੋ ਗਏ ਸੀ ਜਾਂ ਤੁਸੀਂ ਆਪ ਡੇਰਿਆਂ ਨੂੰ ਦਿੱਤੇ ਜਿਨ੍ਹਾਂ ਡੇਰਿਆਂ 'ਚ ਬੇਦਬੀ ਹੋਈ ਸੀ, ਸਰਕਾਰ ਤੁਹਾਡੀ ਆਪਣੀ ਸੀ ਸਰ ਸੁਖਬੀਰ ਸਿੰਘ ਬਾਦਲ, ਤੁਸੀਂ ਇਹਦੀ ਇਨਕੁਆਇਰੀ ਕਿਉਂ ਨਹੀਂ ਕੀਤੀ? ਤੁਸੀਂ ਇਹਦੀ FIR ਕਿਉਂ ਨਹੀਂ ਕੀਤੀ? ਤੁਸੀਂ ਇਹਦੇ ਉੱਤੇ ਮਿੱਟੀ ਦੇ ਥੱਲੇ ਦੱਬਣ ਦੀ ਇਸ ਇਸ਼ੂ ਨੂੰ ਗੱਲ ਕਿਉਂ ਕੀਤੀ? ਉਹਦਾ ਕਾਰਨ ਇਹ ਹੈ ਕਿ 2007 ਦੇ ਵਿੱਚ ਜਦੋਂ ਡੇਰਾ ਮੁਖੀ ਨੇ ਦਸਮ ਗੁਰੂ ਦੀ ਵਰਦੀ ਪਾਈ ਸੀ, ਇਹ ਵੀ ਆਖਿਆ ਜਾਂਦਾ ਹੈ ਕਿ ਇਹ ਵਰਦੀ ਜਿਹੜੀ ਹੈ ਇਹ ਸੁਖਬੀਰ ਬਾਦਲ ਨੇ ਦਿੱਤੀ ਸੀ, ਇਹ ਸਾਡਾ ਵਿਸ਼ੇ ਨਹੀਂ, ਇਹ ਸਾਡਾ ਵਿਸ਼ੇ ਨਹੀਂ। ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਨੇ 2007 ਚ ਰੋਟੀ ਬੇਟੀ ਦੀ ਸਾਂਝ ਡੇਰਿਆਂ ਨਾਲ ਤੋੜ ਦਿੱਤੀ ਸੀ, ਇਹ ਡੇਰਾ ਰਾਮ ਰਹੀਮ ਨਾਲ। ਲੇਕਿਨ ਤੁਸੀਂ ਇਹ ਸਰੂਪ ਉਹਨਾਂ ਨੂੰ ਆਪਣੇ ਆਰਡਰਾਂ ਨਾਲ ਦਿੱਤੇ ਜਿਨ੍ਹਾਂ ਦੀ ਬੇਦਬੀ ਸੜਕਾਂ ਦੇ ਉੱਤੇ, ਗਲੀਆਂ ਦੇ ਵਿੱਚ, ਨਾਲਿਆਂ ਦੇ ਵਿੱਚ ਹੁੰਦੀ ਰਹੀ। ਅੱਜ ਅਸੀਂ ਸਿਰਫ ਤੁਹਾਡੇ ਘਰ ਆਏ ਹਾਂ ਤੁਹਾਡਾ ਜ਼ਮੀਰ ਜਗਾਉਣ। ਸਾਨੂੰ ਇਹ ਦੱਸਿਆ ਜਾਵੇ ਇਹ ਸਰੂਪ ਹੈ ਕਿੱਥੇ ਨੇ। ਜੇ ਘਰ ਦਾ ਕੋਈ ਜੀ ਚਲੇ ਜਾਵੇ, ਮਹੀਨਾ 2 ਮਹੀਨੇ ਲੱਭਦੇ ਆ, ਨਾ ਲੱਭੇ ਤੇ ਅਖੀਰ ਇਸ ਗੱਲ ਤੇ ਸ਼ੁਰੂ ਹੋ ਜਾਂਦੀ ਕਿ ਉਹਦੀ ਲਾਸ਼ ਹੀ ਲੱਭ ਜਾਵੇ, ਅਸੀਂ ਭੋਗ ਹੀ ਪਾ ਦਈਏ। ਅੱਜ ਸਾਰੀ ਕੌਮ ਦੇ ਹਿਰਦੇ ਵਲੂਦੜੇ ਹੋਏ ਨੇ। ਅੱਜ ਪੁੱਛਦੇ ਆ ਦੱਸੋ ਸਰੂਪ ਗਏ ਕਿੱਥੇ? ਤੁਸੀਂ ਆਖਦੇ ਹੋ ਅਸੀਂ ਪੈਸੇ ਰਿਕਵਰ ਕਰਾਂਗੇ, ਅਸੀਂ ਪ੍ਰਿੰਟਿੰਗ ਦੇ ਪੈਸੇ ਰਿਕਵਰ ਕਰਾਂਗੇ। ਓਏ ਇਹ ਗੁਰੂ ਦਾ ਮੁੱਲ ਪਾਣ ਲੱਗੇ ਹੋ। ਸਾਨੂੰ ਨਹੀਂ ਚਾਹੀਦੇ ਪੈਸੇ ਜਿਲਤ ਦੇ, ਸਾਨੂੰ ਨਹੀਂ ਚਾਹੀਦੇ ਪੈਸੇ ਪ੍ਰਿੰਟਿੰਗ ਦੇ ਤੇ ਸ਼ਾਹੀ ਦੇ ਤੇ ਕਾਗਜ਼ ਦੇ। ਸਾਨੂੰ ਇਹ ਪਤਾ ਲੱਗੇ ਸਰੂਪ ਗਏ ਕਿੱਥੇ ਨੇ। ਅਸੀਂ ਸੰਗਤ ਆਪ ਜਾਊਗੀ ਗੁਰੂ ਰੂਪ ਦੇ ਵਿੱਚ, ਆ ਗੁਰੂ ਸਾਹਿਬ ਨੂੰ ਸੰਭਾਲ ਕੇ ਔਰ ਜਿਸ ਵੀ ਹਾਲਤ ਸਾਡੇ ਗੁਰੂ ਨੇ ਉਹਨਾਂ ਨੂੰ ਅਸੀਂ ਸਾਂਭ ਕੇ, ਜੇ ਅਗਨ ਭੇਟ ਕਰਨਾ ਪਿਆ ਤੇ ਉਹਦੀ ਵੀ ਪ੍ਰਕਿਰਿਆ ਜਿਹੜੀ ਹੈ ਸਾਰੀ ਕੌਮ ਰਲ ਕੇ ਕਰੇਗੀ। ਮੈਂ ਸਮਝਦਾ ਜਿੱਥੇ ਵੀ ਤੁਹਾਨੂੰ ਇਹ ਅਕਾਲੀ ਆਗੂ ਮਿਲਣ, ਰੋਕੋ ਇਹਨਾਂ ਨੂੰ, ਪੁੱਛੋ ਇਹਨਾਂ ਨੂੰ ਕਿ ਸਰੂਪ ਕਿੱਥੇ ਨੇ, ਸਾਡਾ ਗੁਰੂ ਕਿੱਥੇ ਹੈ। ਇੱਕ ਨਹੀਂ, 2 ਨਹੀਂ, ਹਜ਼ਾਰਾਂ ਦੀ ਗਿਣਤੀ, ਸੈਂਕੜਿਆਂ ਦੀ ਗਿਣਤੀ 'ਚ ਪੁੱਛਿਆ ਜਾਵੇ ਸਾਡਾ ਸਰੂਪ ਕਿੱਥੇ ਹੈ। ਜਿੱਥੇ ਵੀ ਸਿੱਖ ਬੈਠਾ ਦੁਨੀਆ 'ਚ, ਕੋਈ ਸੰਸਥਾ ਹੋਵੇ, ਤੁਸੀਂ ਆਪ FIR ਕਰਾਓ। ਚਾਹੀਦਾ ਇਹਨਾਂ ਨੂੰ ਸੀ, ਕਿਉਂਕਿ ਪਹਿਲੇ ਪਾਤਸ਼ਾਹ ਨੇ ਬਾਣੀ ਦਾ ਸਤਿਕਾਰ ਦੱਸਿਆ। 5ਵੇਂ ਪਾਤਸ਼ਾਹ ਨੇ ਬਾਣੀ ਨੂੰ ਜਦੋਂ ਸੰਪਾਦਨ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਆਪ ਥੱਲੇ ਬੈਠੇ, ਗੁਰੂ ਗ੍ਰੰਥ ਸਾਹਿਬ ਉੱਪਰ ਗਿਆ। ਦਸਮ ਪਿਤਾ ਨੇ ਮੱਥਾ ਟੇਕ ਕੇ ਗੁਰਗੱਦੀ ਦੇ ਦਿੱਤੀ। ਲੇਕਿਨ ਸੁਪਰੀਮ ਕੋਰਟ ਨੇ 302 ਲਿਖਿਆ ਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਕੋ ਅੰਗਾਂ ਦੀ ਬੇਦਬੀ ਕਰੇਗਾ, ਕਤਲ ਦਾ ਮੁਕੱਦਮਾ ਹੋਏਗਾ। ਲਿਵਿੰਗ ਗੁਰੂ ਕੀਤਾ। ਅੱਜ ਸਾਡਾ ਲਿਵਿੰਗ ਗੁਰੂ, ਅੱਜ ਸਾਡਾ ਸਭ ਕੁਝ ਸਾਡੇ ਤੋਂ ਵਿਛੜਿਆ ਪਿਆ ਹੈ ਔਰ ਤੁਸੀਂ ਭੇਜਿਆ, ਤੁਸੀਂ ਦਿੱਤਾ, ਉਸ ਸਥਾਨ ਤੋਂ ਦਿੱਤਾ ਜਿੱਥੋਂ ਗੁਰੂ ਅਰਜਨ ਪਾਤਸ਼ਾਹ ਨੇ ਉਹਦੀ ਸੰਪਾਦਨਾ ਕੀਤੀ ਸੀ। ਦੱਸੇ ਜਾਣੇ ਸਰੂਪ ਕਿੱਥੇ ਗਏ ਨੇ। ਮੈਂ ਸਮਝਦਾ ਕਿ ਜਦੋਂ 2007 ਵਿੱਚ ਅਕਾਲ ਤਖਤ ਸਾਹਿਬ ਨੇ ਬਾਈਕਾਟ ਕਰ ਦਿੱਤਾ ਔਰ ਤੁਸੀਂ ਡੇਰਿਆਂ ਨੂੰ ਸਰੂਪ ਦਿੱਤੇ, ਕਿਉਂ? ਕਿਉਂਕਿ ਤੁਹਾਡੀ ਧਰਮ ਸਪਤਰੀ ਨੇ 2014 ਚ ਇਲੈਕਸ਼ਨ ਲੜਨੀ ਸੀਗੀ ਬਠਿੰਡੇ ਜ਼ਿਲ੍ਹੇ ਤੋਂ, ਔਰ ਇਹ ਸਾਰਾ ਕੁਝ ਬਠਿੰਡੇ ਜ਼ਿਲ੍ਹੇ ਦੀਆਂ 10 ਕੌਂਸਟੀਚੁਐਂਸੀਆਂ ਨੇ ਜਿਹੜੀਆਂ MLA ਦੀਆਂ, ਇਹ ਸਾਰਾ ਕੁਝ ਉੱਥੇ ਹੋਇਆ। ਤੁਹਾਨੂੰ ਵੋਟਾਂ ਚਾਹੀਦੀਆਂ ਸੀ ਡੇਰੇ ਦੀਆਂ, ਤੁਸੀਂ ਝੂਠੀ ਚਿੱਠੀ ਤੇ ਮਾਫੀ ਦਿੱਤੀ। ਤੁਸੀਂ ਤਖਤਾਂ ਦੇ ਜਥੇਦਾਰ ਸਾਹਿਬ ਨੂੰ ਮਜਬੂਰ ਕੀਤਾ ਮਾਫੀ ਦੇਣ ਤੇ। ਤੁਸੀਂ ਇਸ ਦੀ ਇਨਕੁਆਇਰੀ ਨਹੀਂ ਹੋਣ ਦਿੱਤੀ। ਨਿੱਕੇ ਨਿੱਕੇ ਕਲਰਕ ਫਸਾਉਂਦੇ ਪਏ ਹੋ, ਉਹ ਵੱਡੇ ਮਗਰਮੱਛ ਕਿਹੜੇ ਨੇ ਜਿਨ੍ਹਾਂ ਦੇ ਹੁਕਮਾਂ ਤੇ ਸਰੂਪ ਦਿੱਤੇ ਗਏ ਸੀ। ਸਰਦਾਰਨੀ ਸਰਸਿਮਰਤ ਬਾਦਲ 2014 ਚ ਬੜੇ ਥੋੜੇ ਮਾਰਜਨ ਤੋਂ ਜਿੱਤਦੀ ਹੈ, 2019 ਚ ਫੇਰ ਥੋੜੇ ਮਾਰਜਨ ਤੋਂ ਜਿੱਤਦੀ ਹੈ। ਕਿਉਂ? ਕਿਉਂਕਿ ਡੇਰੇ ਦੀ ਵੋਟਾਂ ਤੁਸੀਂ ਪਵਾਈਆਂ। ਤੁਸੀਂ ਗੁਰੂ ਪਿੱਛੇ ਨਹੀਂ ਖੜੇ ਹੋਏ, ਤੁਸੀਂ ਸਿਆਸਤ ਪਿੱਛੇ ਖੜੇ ਹੋਏ, ਤੁਸੀਂ ਆਪਣੇ ਫਾਇਦਿਆਂ ਪਿੱਛੇ ਖੜੇ ਹੋਏ। ਮੈਂ ਚਾਹਾਂਗਾ ਅੱਜ ਇਸ ਥਾਂ ਤੇ ਅਸੀਂ ਕੋਈ ਨਾਅਰੇਬਾਜ਼ੀ ਨਹੀਂ ਕਰਨੀ, ਕੋਈ ਹੁੱਲੜਬਾਜ਼ੀ ਨਹੀਂ ਕਰਨ ਆਏ। ਇੱਥੇ ਜਪਜੀ ਸਾਹਿਬ ਦਾ, ਚੁਪਈ ਸਾਹਿਬ ਦਾ ਪਾਠ ਹੋਇਆ ਹੈ, ਅਰਦਾਸ ਹੋਈ ਹੈ। ਅਰਦਾਸ ਹੋਈ ਹੈ ਕਿ ਤੁਹਾਡਾ ਜ਼ਮੀਰ ਜਾਗੇ। ਤੁਸੀਂ ਦੱਸੋ ਉਹ ਤੁਹਾਨੂੰ ਰਾਤੀ ਨੀਂਦ ਕਿੱਦਾਂ ਪੈ ਜਾਂਦੀ ਹੈ ਕਿ ਐਡੇ ਸਰੂਪ ਗਏ ਕਿੱਥੇ? ਅੱਜ ਅਰਦਾਸ ਕੀਤੀ ਹੈ ਔਰ ਇੱਥੇ ਜਿਹੜੀ ਵੀ ਸੰਗਤ ਆਈ ਹੈ ਇਹ ਕਿਸੇ ਇੱਕ ਪੋਲੀਟੀਕਲ ਪਾਰਟੀ ਦੀ ਨਹੀਂ। ਮੈਂ ਤੇ ਇੱਕ ਜ਼ਰੀਆ ਬਣਿਆ। ਕਈ ਸਿੰਘ ਸਭਾਵਾਂ ਦੇ ਪ੍ਰਧਾਨ, ਕਈ ਸ਼ਬਦ ਚੌਂਕੀ ਜਥੇ, ਕਈ ਇਸਤਰੀ ਸਤਸੰਗ ਦੀਆਂ ਪ੍ਰਧਾਨਾਂ ਇੱਥੇ ਸਾਰੇ ਆਏ ਨੇ, ਇਹ ਪਛਤਾਪ ਕਰਨ ਆਏ ਨੇ। ਮੈਂ ਇੱਕ ਜਕਾਰਾ ਛੱਡਾਂਗਾ, ਹੱਥ ਖੜੇ ਕਰਕੇ ਜਵਾਬ ਦੇਣਾ ਕਿ ਆਪਾਂ ਸਾਰੇ
ਇੱਕ ਵਾਰੀ ਫੇਰ ਇਹ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਜੂੰ ਨਹੀਂ ਰੇਕਦੀ ਪਈ, ਇਹਨਾਂ ਨੂੰ ਜਗਾਉਣ ਆਏ ਆ, ਇਹਨਾਂ ਦਾ ਜ਼ਮੀਰ ਜਗਾਉਣ ਆਏ ਆ। ਔਰ ਬੇਨਤੀ ਕਰਾਂਗੇ ਗੁਰੂ ਨਾਨਕ ਨਾਮ ਲੈਵਾ ਨੂੰ, ਜਿੱਥੇ ਵੀ ਬੈਠੇ ਹੋ ਉੱਥੇ FIR ਕਰਾਓ, ਔਰ ਜਿੱਥੇ ਅਕਾਲੀ ਲੀਡਰ ਮਿਲੇ ਇਹਨਾਂ ਨੂੰ ਰੋਕ ਕੇ ਪੁੱਛਿਆ ਜਾਵੇ ਕਿ ਸਰੂਪ ਕਿੱਥੇ ਨੇ। ਮੈਂ ਜਕਾਰਾ ਛੱਡਾਂਗਾ, ਹੱਥ ਖੜੇ ਕਰਕੇ ਜਵਾਬ ਦੇਣਾ, ਬੋਲੇ ਸੋ ਨਿਹਾਲ। ਮੈਂ ਇੱਕ ਵਾਰੀ ਫੇਰ ਜਕਾਰਾ ਛੱਡਦਾ, ਇੱਕ ਵਾਰੀ ਫੇਰ ਹੱਥ ਖੜੇ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ, ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਤੁਹਾਡਾ। ਅਸੀਂ ਅੱਜ ਦਾ ਇਹ ਜਿਹੜਾ ਪ੍ਰੋਟੈਸਟ ਹੈ, ਜਿਹੜਾ ਅਸੀਂ ਇਹਨੂੰ ਇੱਥੇ ਹੀ ਖਤਮ ਕਰਦੇ ਆ। ਕਿਸੇ ਨੇ ਅੱਗੇ ਨਹੀਂ ਜਾਣਾ, ਕਿਸੇ ਨੇ ਬੈਰੀਅਰ ਵੱਲ ਨਹੀਂ ਜਾਣਾ। ਇੱਥੋਂ ਆਪਾਂ ਸਾਰਿਆਂ ਨੇ ਆਪਣੇ ਆਪਣੇ ਘਰਾਂ ਨੂੰ, ਆਪਣੇ ਆਪਣੇ ਕੰਮਾਂ-ਕਾਰਾਂ ਨੂੰ ਜਾਣਾ। ਇੱਕ ਵਾਰੀ ਫੇਰ ਸ਼ਾਂਤਮਈ ਰਹਿਣ ਦਾ ਔਰ ਗੁਰੂ ਦੇ ਚਰਨਾਂ 'ਚ ਜੁੜਨ ਦਾ ਤੁਹਾਡੇ ਸਾਰਿਆਂ ਦਾ ਮੈਂ ਧੰਨਵਾਦ। ਕਾਰਵਾਈ ਕੀਤੀ ਜਾ ਰਹੀ ਹੈ, ਉਹ EMPLOYEES ਤੇ ਕੀਤੀ ਜਾ ਰਹੀ ਹੈ, ਸੈਕਟਰੀਆਂ ਤੇ, ਮੈਨੇਜਰਾਂ ਤੇ, ਕਲਰਕਾਂ ਤੇ, ਸਟੋਰ ਕੀਪਰਾਂ ਤੇ, ਪ੍ਰਿੰਟਿੰਗ ਵਾਲਿਆਂ ਤੇ। ਲੇਕਿਨ ਇਹ ਸਰੂਪ ਏਡੇ ਉਹ ਵੇਚ ਜਾਣਗੇ, ਕੋਈ 10 ਵੀ ਵੇਚੇ ਹੁੰਦੇ ਗੱਲ ਹੁੰਦੀ। ਉਹ 450 ਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਹਿਤੇ। ਇਹਦਾ ਮਤਲਬ ਹਜ਼ਾਰਾਂ ਦੀ ਤਾਦਾਦ ਸਰੂਪ ਗਏ ਨੇ, ਔਰ ਗਏ ਨੇ ਲੀਡਰਾਂ ਦੇ ਕਹਿਣ ਦੇ ਉੱਤੇ। ਸਾਡਾ ਇਹ ਆਖਣਾ ਹੈ ਕਿ ਸਰ ਸੁਖਬੀਰ ਸਿੰਘ ਬਾਦਲ ਅੱਜ ਤੇਰੇ ਘਰ ਆਏ ਆ, ਅੱਜ ਇੱਥੇ ਜਪਜੀ ਸਾਹਿਬ ਦਾ, ਚੌਪਈ ਸਾਹਿਬ ਦਾ ਪਾਠ ਹੋਇਆ, ਅਰਦਾਸ ਹੋਈ ਹੈ, ਤੇਰਾ ਜ਼ਮੀਰ ਜਗਾਉਣ ਆਏ ਆ ਕਿ ਤੁਹਾਡਾ ਜ਼ਮੀਰ ਜਾਗੇ। ਸਿੱਖਾਂ ਦੇ ਹਿਰਦੇ ਵਲੂੰਦੜੇ ਪਏ ਨੇ, ਪੁੱਛਣਾ ਚਾਹੁੰਦੇ ਨੇ ਗੁਰੂ ਕਿੱਥੇ ਹੈ। ਘਰ ਦਾ ਕੋਈ ਅੰਗ ਚਲੇ ਜਾਏ, ਕੋਈ ਜੀ ਚਲੇ ਜਾਏ ਤੇ ਅਸੀਂ ਤੜਫਦੇ ਹਾਂ। ਅੱਜ ਸਾਡਾ ਗੁਰੂ ਚਲੇ ਗਿਆ, ਜੀਂਦਾ ਜਾਗਦਾ, ਜਿਹਨੂੰ ਸੁਪਰੀਮ ਕੋਰਟ ਨੇ ਲਿਵਿੰਗ ਗੁਰੂ ਦਾ ਦਰਜਾ ਦਿੱਤਾ, ਉਹ ਚਲੇ ਗਿਆ। ਸਾਨੂੰ ਦੱਸੋ ਕਿਹਨਾਂ ਘਰਾਂ 'ਚ, ਕਿਹਨਾਂ ਡੇਰਿਆਂ 'ਚ, ਕਿਹਨਾਂ ਹਾਲਾਤਾਂ ਦੇ ਵਿੱਚ ਅਸੀਂ ਆਪੇ ਹੀ ਸਾਂਭਾਂਗੇ ਜਾ ਕੇ। ਔਰ ਉਹਨਾਂ ਨੂੰ ਜੇ ਅਗਨ ਭੇਟ ਕਰਨਾ ਹੋਵੇ, ਜੇ ਮਰਿਆਦਾ ਅਨੁਸਾਰ ਉਹਨਾਂ ਦਾ ਸਾਨੂੰ ਸੰਸਕਾਰ ਕਰਨਾ ਪਵੇ, ਅਸੀਂ ਉਹ ਵੀ ਕਰਾਂਗੇ। ਸਰ ਵੇਚੇ ਗਏ ਆ ਕੁਝ ਵੇਚੇ ਗਏ, ਕੁਝ ਇਹਨਾਂ ਨੇ ਉਦਾਂ ਦਿੱਤੇ ਨੇ। ਇਹ ਦੱਸਣਗੇ ਨਾ, ਮੈਂ ਤੇ ਨਹੀਂ ਦੱਸ ਸਕਦਾ, ਲੇਕਿਨ ਜਿਵੇਂ ਵੀ ਗਏ ਨੇ ਇਹਨਾਂ ਨੂੰ ਦੱਸਣਾ ਪਏਗਾ। ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬ ਕਹਿੰਦੇ ਨੇ ਕਿ ਬਾਲ ਸਾਹਿਬ ਦੇ ਘਰ 12 ਮਹੀਨੇ 24 ਘੰਟੇ ਪਾਠ ਹੁੰਦਾ ਰਹਿੰਦਾ ਹੈ, ਤੇ ਉਹ ਇਹੋ ਜਿਹਾ ਕੰਮ ਕਿਵੇਂ ਕਰ ਸਕਦੇ ਨੇ? ਮੈਂ ਸਮਝਦਾ ਤੁਹਾਡੇ ਘਰ 'ਚ ਕੀ ਹੁੰਦਾ ਹੈ, ਇਹ ਗੁਰੂ ਜਾਣਦਾ ਹੈ, ਇਹ ਤੁਸੀਂ ਜਾਣਦੇ ਹੋ, ਤੁਹਾਡੀ ਮੈਂ ਸਮਝਦਾ ਜ਼ਮੀਰ ਜਾਣਦੀ। ਲੇਕਿਨ ਜਿਹੜੀ ਜ਼ਿੰਮੇਵਾਰੀ ਕੌਮ ਨੇ ਤੁਹਾਨੂੰ ਪਿਛਲੇ 30 ਸਾਲਾਂ ਤੋਂ ਦਿੱਤੀ ਹੈ, ਉਸ ਜ਼ਿੰਮੇਵਾਰੀ 'ਚ ਕੀ ਹੋਇਆ, ਮੈਂ ਉਹਦੀ ਗੱਲ ਕਰਨਾ ਚਾਹੁੰਦਾ। ਜੀ ਤੁਸੀਂ ਇਸ ਤੋਂ ਪਹਿਲਾਂ ਪਾਰਟੀ ਵਿੱਚ ਵੀ ਰਹਿ ਚੁੱਕੇ ਹੋ, ਇਸ ਤੋਂ ਪਹਿਲਾਂ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਹੋਇਆ, ਤਾਂ ਤੁਸੀਂ ਇਹ ਕਿ ਤੁਹਾਡੀ ਜ਼ਮੀਰ ਦੀ ਗੱਲ ਕਰੇ, ਜ਼ਮੀਰ ਦੀ ਗੱਲ ਤੁਹਾਡੀ ਉਸ ਤੇ ਨਹੀਂ ਜਾਗਣੀ ਚਾਹੀਦੀ? ਮੈਂ ਸਮਝਦਾ ਵਾਂ ਕਿ ਜਦੋਂ ਵੀ ਇੱਥੇ ਇਹ ਕੰਮ ਹੋਇਆ, ਖੁਦ ਅਸੀਂ ਬਾਦਲ ਸਾਹਿਬ ਕੋਲ ਗਏ ਆ, ਉਹਨਾਂ ਨੂੰ ਆਖਿਆ ਕਿ ਬਾਦਲ ਸਾਹਿਬ ਜਾ ਕੇ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੋ, ਜਦੋਂ ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਸੀ, ਔਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪਕੜਿਆ ਜਾਵੇ। ਨਹੀਂ ਪਕੜਿਆ ਜਾਏਗਾ ਤੇ ਇਹ ਸਮਝ ਲੈਣਾ ਕਿ ਅਕਾਲੀ ਦਲ ਤੇ ਗੱਲ ਆਏਗੀ। ਅੱਜ ਉਹੀ ਗੱਲ ਹੈ ਕਿ ਅਕਾਲੀ ਦਲ ਤੇ ਗੱਲ ਆ ਰਹੀ ਹੈ। ਤੁਸੀਂ ਜ਼ਮੀਰ ਦੀ ਗੱਲ ਕਰਦੇ ਹੋ। 2017 4 ਫਰਵਰੀ ਨੂੰ ਜਦੋਂ ਵਿਧਾਨ ਸਭਾ ਪੰਜਾਬ ਦੀਆਂ ਚੋਣਾਂ ਸੀ, ਮੈਂ 30 ਜਨਵਰੀ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਡੇਰੇ ਦੀ ਮਾਫੀ ਦੀ ਵਿਰੋਧ ਕੀਤਾ। ਜਿਹੜੇ ਡੇਰੇ ਤੇ ਗਏ ਸੀ ਉਹਨਾਂ ਦਾ ਵਿਰੋਧ ਕੀਤਾ, ਅਕਾਲ ਤਖਤ ਤੇ ਸ਼ਿਕਾਇਤ ਕੀਤੀ। ਸੁਖਬੀਰ ਸਿੰਘ ਬਾਦਲ ਨੇ ਮੈਨੂੰ ਆਖਤਾ ਕਿ ਤੂੰ ਇਲੈਕਸ਼ਨ ਕੈਂਪੇਨ ਛੋੜ ਕੇ ਦਿੱਲੀ ਚਲੇ ਜਾ, ਡੇਰੇ ਦੇ ਖਿਲਾਫ ਬੋਲਣ ਦੀ ਲੋੜ ਨਹੀਂ। ਇਹਨਾਂ ਦਾ ਨੈਕਸਸ ਇਹ ਸਮਝ ਆ ਰਿਹਾ। ਹਲੇ ਕੀਤੀ ਨਹੀਂ ਗਈ, ਹੁਣ ਅਸੀਂ FIR ਕਰਾਂਗੇ। ਹਰੇਕ ਸਿੱਖ ਦਾ ਰਾਈਟ FIR ਕਰਨ ਦਾ, FIR ਵੀ ਕਰਾਵਾਂਗੇ। ਜਾਗੋ ਪਾਰਟੀ ਦੇ ਜੋ ਜਨਰਲ ਸੈਕਟਰੀ ਸਰਦਾਰ ਅਤੇ ਪ੍ਰਵਕਤਾ ਬੁਲਾਰੇ ਇੱਥੇ ਮੌਜੂਦ ਨੇ, ਸਾਡੇ ਨਾਲ ਗੱਲਬਾਤ ਕਰਦੇ ਆ। ਅੱਜ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਘਰ ਦੇ ਬਾਹਰ ਜਿਹੜਾ ਹੈਗਾ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਾਗੋ ਪਾਰਟੀ ਵੱਲੋਂ, ਕੀ ਕਹਿਣਾ ਚਾਹੋਗੇ? ਅੱਗੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵੀ ਬੁਲਾਰੇ ਰਹਿ ਚੁੱਕੇ ਹੋ, ਅੱਜ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਬੁਲਾਰਾ ਆਪਣੇ ਪੂਰਲੇ ਪ੍ਰਧਾਨ ਜਾਂ ਸਾਬਕਾ ਪ੍ਰਧਾਨ ਦੇ ਘਰ ਦੇ ਬਾਹਰ ਧਰਨਾ ਦੇਣ ਆਇਆ। ਸਵਾਲ ਤੁਹਾਡਾ ਬੜਾ ਦਿਲਚਸਪ ਹੈ। ਦਿਲਚਸਪ ਹੈ ਇਸ ਕਰਕੇ ਹੈ ਕਿ ਮੈਂ ਕੌਮੀ ਬੁਲਾਰਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ, ਤੇ ਜਦੋਂ ਕੌਮੀ ਬੁਲਾਰਾ ਰਹੇ ਤੇ ਅਸੀਂ ਪਾਰਟੀ ਨੀਤੀਆਂ ਦੀ ਗੱਲ ਕੀਤੀ ਹੈ। ਲੇਕਿਨ ਪਾਰਟੀ ਦੇ ਵਿੱਚ ਜੋ ਗਲਤੀਆਂ ਹੁੰਦੀਆਂ ਅਸੀਂ ਉਸ ਟਾਈਮ ਵਿਰੋਧ ਕਰਦੇ ਰਹੇ ਹਾਂ ਪਾਰਟੀ ਫੋਰਮ ਦੇ ਉੱਤੇ, ਕਿਉਂਕਿ ਹੁਣ ਅਸੀਂ ਪਾਰਟੀ ਵਿੱਚ ਨਹੀਂ ਆ, ਇਸ ਕਰਕੇ ਅਸੀਂ ਪਬਲਿਕ ਫੋਰਮ ਦੇ ਉੱਤੇ ਹੁਣ ਵਿਰੋਧ ਕਰ ਰਹੇ ਹਾਂ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਏ ਨੇ ਸੈਂਕੜੇ ਤਾਦਾਦ ਦੇ ਵਿੱਚ, ਉਹ ਕਿੱਥੇ ਗਏ ਨੇ? ਉਹਨਾਂ ਦਾ ਜਵਾਬ ਕਿਉਂ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਦਿੰਦੇ? ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਲਿਫਾਫੇ ਦੇ ਵਿੱਚੋਂ ਪ੍ਰਧਾਨ ਨਿਕਲਦਾ ਹੈ, ਔਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੀ ਕਹਿਣ ਦੇ ਉੱਤੇ ਹੀ ਸਾਰਾ ਸ਼੍ਰੋਮਣੀ ਕਮੇਟੀ ਦੇ ਵਿੱਚ ਚੱਲਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਉੱਤੇ ਵਾਸਤੇ 'ਚ ਕੁਝ ਨਹੀਂ ਹੈ। ਇਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਸੀਂ ਕੋਠੀ ਤੇ ਆਏ ਹਾਂ, ਔਰ ਇਸ ਗੱਲ ਦੇ ਵਾਸਤੇ ਅਰਦਾਸ ਵੀ ਅਸੀਂ ਕੀਤੀ ਕਿ ਉਹਨਾਂ ਦਾ ਜ਼ਮੀਰ ਸੱਚੇ ਪਾਤਸ਼ਾਹ ਜਗਾਉਣ, ਔਰ ਤਾਂ ਕਿ ਉਹ ਸੱਚ ਬੋਲ ਸਕਣ, ਔਰ ਸੱਚ ਬੋਲ ਕੇ ਦੱਸਣ ਕਿ ਕਿੱਥੇ ਨੇ ਉਹ ਸਰੂਪ ਜਿਹੜੇ ਗਾਇਬ ਨੇ ਜਾਂ ਉਹਨਾਂ ਨੂੰ ਕਿਤੇ ਦਿੱਤਾ ਗਿਆ। ਉਹਦੇ ਬਾਰੇ ਸਾਰਾ ਸੱਚ ਜਿਹੜਾ ਨੇ ਉਹ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਜਾਣਦੇ ਨੇ। ਔਰ ਪੂਰੀ ਪਾਰਟੀ ਜਦੋਂ ਨਾਰਾ ਲਾਉਂਦੀ ਹੈ ਨਾ, ਉਹ ਕਹਿੰਦੀ ਇਸ ਸੁਖਬੀਰ ਬਾਦਲ ਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਤੇ ਜਿਹਨਾਂ ਦੀ ਸੋਚ ਦੇ ਉੱਤੇ ਪਹਿਰਾ ਦਿੱਤਾ ਜਾ ਰਿਹਾ ਤੇ ਸੋਚ ਦਾ ਜ਼ਿੰਮੇਵਾਰ ਜਿਹੜਾ ਬੰਦਾ ਹੈ ਉਹਨੂੰ ਸਵਾਲ ਪੁੱਛਣਾ ਤਾਂ ਬਣਦਾ ਹੈ ਨਾ। ਇਸ ਕਰਕੇ ਅਸੀਂ ਇੱਥੇ ਆਏ ਹਾਂ। ਉਹ ਇਹੀ ਸਾਡਾ ਮਕਸਦ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਕਦਰੀ ਔਰ ਬੇਅਦਬੀ ਹੋਈ ਹੈ
ਉਹਦੀ ਜਵਾਬਦੇਹੀ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਰੂਰ ਦੇਣ। ਪਹਿਲਾਂ ਵੀ ਇਹੋ ਜੀ ਬੇਕਦਰੀਆਂ ਹੁੰਦੀ ਰਹੀਆਂ, ਬਰਗਾੜੀ ਦਾ ਮੋਰਚਾ ਸੀਗਾ, ਪਰ ਕੀ ਉਦੋਂ ਅਕਾਲੀ ਦਲ ਦੇ ਵਿੱਚ ਰਹਿ ਕੇ ਤੁਸੀਂ ਕੋਈ ਧਰਨਾ ਦਿੱਤਾ ਜੋ ਅੱਜ ਤੁਸੀਂ ਧਰਨੇ ਤੇ ਆਏ? ਮੈਂ ਤੁਹਾਨੂੰ ਦੱਸਣਾ, ਜਦੋਂ ਬਹਿਬਲ ਕਲਾ ਦੇ ਵਿੱਚ ਗੋਲੀ ਚੱਲਦੀ ਹੈ, ਬਰਗਾੜੀ ਦੇ ਵਿੱਚ ਬੇਅਦਬੀ ਹੁੰਦੀ ਹੈ, ਸਰਦਾਰ ਮਨਜੀਤ ਸਿੰਘ ਜੇਕੇ ਉਸ ਵੇਲੇ ਵੀ ਬੰਗਲਾ ਸਾਹਿਬ ਦੀ ਸਟੇਜ ਤੋਂ ਬਕਾਇਦਾ ਬੋਲਦੇ ਨੇ ਔਰ ਸਾਫ਼ ਕਹਿੰਦੇ ਨੇ ਕਿ ਜੇ ਪੰਜਾਬ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਨਾ ਫੜਿਆ ਤੇ ਅਸੀਂ ਹਰ ਕਦਮ ਚੁੱਕਣ ਲਈ ਤਿਆਰ ਹੋਵਾਂਗੇ। ਇਹ ਹੁਣ ਰਿਕਾਰਡ ਹੈ, ਇਹ 'ਚ ਕੋਈ ਛੁਪਾਅ ਵਾਲੀ ਗੱਲ ਨਹੀਂ ਹੈ, ਤੁਹਾਡੇ ਸਭ ਦੇ ਸਾਹਮਣੇ ਹੈ। ਔਰ ਜਦੋਂ ਭਟਿੰਡਾ ਇਲੈਕਸ਼ਨ ਸੀ ਔਰ ਉਸ ਟਾਈਮ ਸਾਡੀ ਦਿੱਲੀ ਕਮੇਟੀ ਦੀ ਵੀ ਇਲੈਕਸ਼ਨ ਸੀ, ਜਦੋਂ ਇੱਥੇ ਇਲੈਕਸ਼ਨ ਸੀ ਪੰਜਾਬ ਵਿਧਾਨ ਸਭਾ ਦੀ, ਦਿੱਲੀ ਕਮੇਟੀ ਦੀ ਵੀ ਇਲੈਕਸ਼ਨ ਸੀ 2017 ਦੇ ਵਿੱਚ, 26 ਜਨਵਰੀ ਨੂੰ 27 ਜਨਵਰੀ ਨੂੰ ਸਾਡੀ ਇਲੈਕਸ਼ਨ ਸੀ ਔਰ 4 ਫਰਵਰੀ ਨੂੰ ਉੱਥੇ ਵੋਟਾਂ ਹੈਗੀਆਂ ਸੀ ਪੰਜਾਬ ਦੇ ਵਿੱਚ, ਤੇ ਉੱਥੇ ਵੀ 30 ਤੁਸੀਂ ਜਨਵਰੀ ਦਾ ਰਿਕਾਰਡ ਚੁੱਕ ਲਓ। ਭਟਿੰਡਾ ਪ੍ਰੈਸ ਕਾਨਫਰੰਸ ਕਰਕੇ ਉੱਥੇ ਵੀ ਡੇਰੇ ਦੇ ਸਮਰਥਨ ਦਾ ਵਿਰੋਧ ਕੀਤਾ ਮਨਜੀਤ ਸਿੰਘ ਜੀ ਕੇ ਹੋਰਾਂ ਨੇ, ਤੇ ਸਾਡਾ ਸਟੈਂਡ ਤਾਂ ਸ਼ੁਰੂ ਤੋਂ ਕਲੀਅਰ ਰਿਹਾ, ਅਸੀਂ ਪੰਥ ਦੇ ਨਾਲ ਆ ਔਰ ਅਸੀਂ ਪੰਥ ਤੋਂ ਬਾਹਰ ਨਹੀਂ ਆ ਕਿਸੇ ਵੀ ਹਾਲਾਤ ਦੇ ਵਿੱਚ। ਚਾਹੇ ਉਹਦੇ ਵਿੱਚ ਸਾਡੀ ਪਾਰਟੀ ਦਾ ਵੀ ਕੋਈ ਜ਼ਿੰਮੇਵਾਰ ਆਗੂ ਹੋਏਗਾ, ਅਸੀਂ ਉਹਦੀ ਵਿਰੋਧ ਕਰਾਂਗੇ, ਇਹਦਾ ਕੋਈ ਮਸਲਾ ਨਹੀਂ ਹੈਗਾ। ਅਗਰ ਸਾਡੀ ਪਾਰਟੀ ਚ ਅਸੀਂ ਉਹਨੂੰ ਵੀ ਕੱਢਾਂਗੇ, ਪਰ ਅਗਰ ਸਾਡਾ ਕੋਈ ਦੋਸ਼ੀ ਹੋਏਗਾ, ਗਲਤ ਕਰੇਗਾ ਤੇ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੀ। ਹਾਂ, ਇਸ ਟਾਈਮ ਜੋ ਕਿ ਧਰਨੇ ਦੇ ਵਿੱਚ ਹੀ ਅਸੀਂ ਮੌਜੂਦ ਹੈਗੇ ਆ। ਸਰਦਾਰ ਚਮਨ ਸਿੰਘ ਜੋ ਕਿ ਜਾਗੋ ਪਾਰਟੀ ਦੇ ਜੋ ਦਿੱਲੀ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਨਾ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਬਾਹਰ, ਕੀ ਕਹਿਣਾ ਚਾਹੁੰਦੇ? ਇਹਨੂੰ ਤੁਸੀਂ ਧਰਨਾ ਨਾ ਸਮਝੋ, ਇਹ ਇੱਕ ਸੰਘਰਸ਼ ਹੈ, ਇੱਕ ਸੱਤਿਆਗ੍ਰਹਿ ਹੈ। ਜਿਹੜਾ ਗ੍ਰਹਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਸਰੂਪ ਗਾਇਬ ਹੋਏ ਆ ਔਰ ਕੀਤੇ ਕਿਹਨਾਂ ਨੇ ਆ। 1920 ਚ ਕਮੇਟੀ ਬਣਦੀ ਹੈ, ਸ਼੍ਰੋਮਣੀ ਕਮੇਟੀ, ਤੇ ਅਕਾਲੀ ਦਲ ਬਣਦਾ ਹੈ। ਔਰ ਮੈਂ ਸਮਝਦਾ ਕਿ ਇਹ ਜੋ ਗੁਨਾਹ ਕੀਤੇ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਕਮੇਟੀ ਨੇ, ਇਹਦਾ ਗੁਨਾਹ ਦਾ ਇਹ ਪਾਪ ਜਿਹੜੇ ਕੀਤੇ ਇਹਨਾਂ ਨੇ, ਇਹ ਕਿੱਥੇ ਜਾ ਕੇ ਲੱਖ ਲੇਖਾ ਦੇਣਗੇ। ਔਰ ਇਹਨਾਂ ਦੇ ਪ੍ਰਬੰਧ ਹੇਠ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਹੋਇਆ, ਲੱਖਾਂ ਸਿੰਘ ਸ਼ਹੀਦ ਹੋ ਗਏ। ਇਹਨਾਂ ਦੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਸੇਵਾ ਦੇ ਵਿੱਚ ਦਿੱਲੀ ਵਿੱਚ ਦੰਗੇ ਹੋਏ ਔਰ ਪੰਜਾਬ ਵਿੱਚ ਲੱਖਾਂ ਨੌਜਵਾਨਾਂ ਨੂੰ ਪੁਲਿਸ ਨੇ ਸ਼ਹੀਦ ਕਰਤਾ। ਇਹੋ ਜਿਹੇ ਨੇਕਾਂ ਗਾਥਾਵਾਂ ਇਹਨਾਂ ਦੇ ਪ੍ਰਬੰਧ ਹੇਠ ਰਾਮ ਰਹੀਮ ਜਿਹਨੂੰ ਇਹਨਾਂ ਨੇ ਮਾਫੀ ਦਿੱਤੀ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚੋਲਾ ਪਾਇਆ ਔਰ ਉਹਨੇ ਸਿੱਧਾ ਸਿੱਖਾਂ ਨੂੰ ਚੈਲੰਜ ਕੀਤਾ, ਸਿੱਖ ਕੌਮ ਨੂੰ ਚੈਲੰਜ ਕੀਤਾ ਔਰ ਇਹਨਾਂ ਨੇ ਉਹਨਾਂ ਸਾੜਗੜ ਕਰਕੇ ਉਹਨੂੰ ਮਾਫੀ ਦਿਵਾਤੀ, ਫਿਰ ਮਾਫੀ ਵਾਪਸ ਲੈ ਲਈ ਔਰ ਨਿਹੱਥੇ ਨੌਜਵਾਨ ਸਿੰਘਾਂ ਤੇ ਗੋਲੀ ਚਲਾਈਆਂ। ਅੱਜ ਆਪਾਂ ਇਕੱਠੇ ਹੋਏ ਆ ਸਿੱਖ ਸੰਗਤ, ਬੜੀ ਦੇਰ ਤੋਂ ਇਹ ਖਬਰਾਂ ਸੀ, ਛਣ ਕੇ ਆ ਰਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨਾਂ ਨੂੰ ਦਿੱਤੇ ਜਾ ਰਹੇ ਆ। ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਇੱਜ਼ਤੀ ਕਰਨਾ ਚਾਹੁੰਦੇ ਆ, ਜਾਂ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਹੀ ਤਰੀਕੇ ਨਾਲ ਸੇਵਾ ਸੰਭਾਲ ਨਹੀਂ ਕਰ ਪਾਤੇ, ਉਹਨਾਂ ਨੂੰ ਦਿੱਤੇ ਜਾਂਦੇ ਆ। ਅੱਜ ਇਹ ਪ੍ਰਤੱਖ ਸਾਹਮਣੇ ਹੋ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਥੇਦਾਰ ਕਮੇਟੀ ਬਣਾਈ। ਪਹਿਲੇ 267 ਸਰੂਪਾਂ ਦੀ ਗੱਲ ਸੀ ਕਿ 267 ਸਰੂਪ ਦਿੱਤੇ ਗਏ ਜਿਹਦਾ ਕੋਈ ਪਤਾ ਹੀ ਨਹੀਂ ਹੈ। ਫਿਰ 267 ਤੋਂ 328 ਸਰੂਪ ਹੋ ਗਏ, ਹੁਣ 328 ਤੋਂ 400 450 ਸਰੂਪ ਹੋ ਗਏ ਕਿ 450 ਸਰੂਪ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਦਿੱਤੇ। ਮੈਂ ਸਮਝਦਾ ਕਿ ਕਿਸੇ ਮੁਲਾਜ਼ਮ ਦੀ ਇੰਨੀ ਹਿੰਮਤ ਨਹੀਂ ਹੈ, ਜਾਂ 2-4 ਮੁਲਾਜ਼ਮਾਂ ਦੀ ਹਿੰਮਤ ਨਹੀਂ ਹੈ, ਉਹਨਾਂ ਦਾ ਏਡਾ ਵੱਡਾ ਜ਼ਿਗਰਾ ਨਹੀਂ ਹੈ, ਹਿਆ ਨਹੀਂ ਹੈ ਕਿ ਉਹ ਏਡਾ ਵੱਡਾ ਗੁਨਾਹ ਤੇ ਪਾਪ ਕਮਾਣ। ਇਹ ਜਿਹੜੇ ਵੱਡੇ ਮਗਰਮੱਛ ਹੈ, ਚਾਹੇ ਉਹ ਅਕਾਲੀ ਦਲ ਦੇ ਆ, ਚਾਹੇ ਸ਼੍ਰੋਮਣੀ ਕਮੇਟੀ ਦੇ ਆ, ਇਹ ਸਾਰੇ ਦੇ ਸਾਰੇ ਗੁਨਾਹਗਾਰ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਹਨਾਂ ਦੇ ਪ੍ਰਬੰਧ ਹੇਠ ਹੋਏ। ਉਹ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਜੇ ਕਿਤੇ ਕੋਈ ਸ਼੍ਰੋਮਣੀ ਕਮੇਟੀ ਕੰਮ ਕਰਦੀ ਹੈ, ਕੋਈ ਚੰਗਾ ਕੰਮ ਵੀ ਕਰਦੀ ਹੈ, ਤਾਂ ਫਿਰ ਇਹ ਕੀ ਕਰਦੇ ਆ, ਇਹ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਲਾਹਾ ਲੈਣ ਦੀ ਕੋਸ਼ਿਸ਼ ਕਰਦੀ ਹੈ। ਪਰ ਸਰੂਪ ਜਿਹੜੇ ਹੈਗੇ ਆ, ਜਿਹੜੇ ਗਾਇਬ ਹੋ ਗਏ ਜਾਂ ਕੀਤੇ ਗਏ, ਉਹਨਾਂ ਦਾ ਗੁਨਾਹ ਤੁਸੀਂ ਕਿਉਂ ਕਬੂਲ ਨਹੀਂ ਕਰਦੇ? ਗੁਰੂ ਸ਼੍ਰੀ ਅਕਾਲ ਪੁਰਖ ਮਹਾਰਾਜ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਅੱਗੇ ਕਿਉਂ ਨਹੀਂ ਜਾ ਕੇ ਮੰਨਦੇ, ਜਾਂ ਕਾਨੂੰਨ ਅੱਗੇ ਕਿਉਂ ਨਹੀਂ ਮੰਨਦੇ ਕਿ ਇਹ ਸਾਡੇ ਪ੍ਰਬੰਧ ਹੇਠ ਗੁਰੂ ਸਾਹਿਬ ਦੇ ਸਰੂਪ ਗਾਇਬ ਹੋਇਆ, ਅਸੀਂ ਗੁਨਾਹਗਾਰ ਆ, ਸਾਨੂੰ ਸਜ਼ਾ ਦਿੱਤੀ ਜਾਵੇ, ਤਾਂ ਹੀ ਇਹ ਸੁਰਖਰੂ ਹੋਣਗੇ। ਪਰ
ਇਹ ਗੁਨਾਹ ਤੇ ਗੁਨਾਹ ਪਰਦਾ ਪਾਈ ਜਾ ਰਹੇ ਕਿ ਇੱਕ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਗਈ ਹੈ ਕਿ ਮੁਲਾਜ਼ਮ ਗੁਨਾਹਗਾਰ ਆ, ਅਸੀਂ ਨਹੀਂ ਆ। ਪਰ ਮੈਂ ਸਮਝਦਾ ਕਿ ਮੁਲਾਜ਼ਮ ਬਾਅਦ ਚ ਗੁਨਾਹਗਾਰ ਆ, ਪਹਿਲੇ ਇਹ ਗੁਨਾਹਗਾਰ ਹੈ। ਇਹਨਾਂ ਨੇ ਇਹ ਗੁਨਾਹ ਕੀਤਾ ਹੈਗਾ। ਇਸ ਕਰਕੇ ਮੈਂ ਸਮੁੱਚੇ ਪੰਥ ਨੂੰ ਤੁਹਾਡੇ ਚੱਲਣ ਆਹੀ, ਚਾਹੇ ਬਾਹਰ ਹੈ, ਚਾਹੇ ਪੰਜਾਬ ਹੈ, ਚਾਹੇ ਹਰਿਆਣਾ ਹੈ, ਚਾਹੇ ਹਿੰਦੁਸਤਾਨ ਹੈ, ਮੈਂ ਸਮੁੱਚੇ ਪੰਥ ਨੂੰ, ਕੌਮ ਨੂੰ ਬੇਨਤੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਬਗਰਾੜੀ ਵਿਖੇ ਗੁਰੂ ਸਾਹਿਬ ਦੇ ਸਰੂਪ ਜਿਹੜੇ ਸੀ ਬੇਅਦਬੀ ਕੀਤੀ ਗਈ ਸੀ, ਔਰ ਅੱਜ ਵੀ ਉਹੀ ਹਾਲਾਤ ਹੈ। ਮੈਂ ਸਮੁੱਚੇ ਪੰਥ ਨੂੰ, ਜਿਵੇਂ ਉਦੋਂ ਅੰਦੋਲਨ ਕੀਤਾ ਸੀ ਸਮੁੱਚੇ ਪੰਥ ਨੇ, ਅੱਜ ਵੀ ਸਮੁੱਚਾ ਗੁਰੂ ਪੰਥ ਇਕੱਠਾ ਹੋ ਕੇ ਇਹਨਾਂ ਦੋਖੀਆਂ ਨੇ ਜਦ ਤੱਕ ਮੂੰਹ ਨਹੀਂ ਪਾਉਂਦਾ, ਤਦ ਤੱਕ ਇਹਨਾਂ ਨੂੰ ਜਿਹੜਾ ਮੂੰਹ ਪੈ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਕਰਾਉਣ ਦਾ, ਉਹ ਤਦ ਤੱਕ ਇਹ ਠੀਕ ਨਹੀਂ ਹੋਣਗੇ ਜਦ ਤੱਕ ਇਹਨਾਂ ਨੂੰ ਜ਼ਮੀਨ ਤੇ ਨਹੀਂ ਲੈ ਕੇ ਆਂਦਾ, ਜਦ ਤੱਕ ਇਹਨਾਂ ਨੂੰ ਸਜ਼ਾ ਨਹੀਂ ਮਿਲਦੀਆਂ। ਇਸ ਕਰਕੇ ਅੱਜ ਜਾਗੋ ਪਾਰਟੀ ਨੇ ਇੱਕ ਅੰਦੋਲਨ ਸ਼ੁਰੂ ਕੀਤਾ ਹੈ, ਔਰ ਮੈਂ ਸਮਝਦਾ ਕਿ ਇਸ ਅੰਦੋਲਨ ਦੇ ਵਿੱਚ ਸਮੁੱਚੇ ਖਾਲਸਾ ਪੰਥ ਨੂੰ ਸ਼ਾਮਲ ਹੋਣਾ ਚਾਹੀਦਾ ਤਾਂ ਕਿ ਅਸੀਂ ਇਹਨਾਂ ਦਾ ਮੂੰਹ ਤੋੜ ਜਵਾਬ ਦੇ ਸਕੀਏ। ਔਰ ਜਿਹੜਾ ਵੀ ਕਿਤੇ ਸੋਚੇ ਕਿ ਗੁਰੂ ਕੱਲ ਨੂੰ ਗੁਰੂ ਪੰਥ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਨ ਦੀ, ਉਹ ਥਰ-ਥਰ ਕੰਬ ਉੱਠੇ ਕਿ ਮੈਨੂੰ ਇਹੋ ਜੀ ਸਜ਼ਾ ਦਾ ਭੋਗਣੀ ਪੈਗੀ, ਮੈਂ ਇਹੋ ਜਿਹਾ ਗੁਨਾਹ ਨਾ ਕਰਾਂ। ਇਹੀ ਮੇਰੀ ਬੇਨਤੀ ਹੈ ਸਮੁੱਚੇ ਪੰਥ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਥ ਦੇ ਵਾਈਸ ਪ੍ਰੈਜ਼ੀਡੈਂਟ ਜਸਮੀਤ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪ੍ਰੋਟੈਸਟ ਜਿਹੜਾ ਜਗ ਜ਼ਾਹਿਰ ਹੋ ਚੁੱਕਿਆ ਹੈ ਕਿ ਗੁਰੂ ਮਹਾਰਾਜ ਸਾਡੇ ਲਈ ਸਭ ਤੋਂ ਪਹਿਲਾਂ ਹੈ। ਕੋਈ ਵੀ ਪਾਰਟੀ ਤੋਂ ਉੱਪਰ ਉੱਠ ਕੇ ਅਸੀਂ ਗੁਰੂ ਸਾਹਿਬ ਦੇ ਨਾਲ ਖੜੇ ਹਾਂ। ਗੁਰੂ ਸਾਹਿਬ ਵੀ ਸਾਡੇ ਸਭ ਕੁਝ ਹੈਗਾ। ਅਕਾਲ ਤਖਤ ਸਾਹਿਬ ਦਾ ਜਿੱਦਾਂ ਦਾ ਹੁਕਮ ਹੋਏਗਾ, ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਵੀ ਜਿਹੜੇ ਸਰੂਪ ਸਾਡੇ ਜਿਨ੍ਹਾਂ ਦੀ ਗਿਣਤੀ 368 ਦੱਸੀ ਜਾ ਰਹੀ ਹੈ, ਜਿਹੜੇ ਗਾਇਬ ਹੋਏ ਆ, ਅਸੀਂ ਚਾਹੁੰਦੇ ਵੀ ਸਾਨੂੰ ਉਹਦੀ ਇਨਫੋਰਮੇਸ਼ਨ ਦਿੱਤੀ ਜਾਵੇ। ਇਸੇ ਗੱਲ ਕਰਕੇ ਧਰਨਾ ਸੀਗਾ। ਸਾਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਸੁਖਬੀਰ ਬਾਦਲ ਜੀ ਦੀ ਕੋਠੀ ਦੇ ਉੱਤੇ। ਹੋ ਸਕਦਾ ਪੋਲੀਟੀਕਲੀ ਪ੍ਰੈਸ਼ਰ ਹੋਏ ਜਾਂ ਜਿੱਦਾਂ ਵੀ ਉਹਨਾਂ ਨੇ ਕਰਾਇਆ, ਬਟ ਇਹ ਧਰਨਾ ਅਸੀਂ ਅੱਗੇ ਫਿਰ ਦੇਵਾਂਗੇ ਜਦ ਤੱਕ ਸਾਨੂੰ ਜਵਾਬ ਨਹੀਂ ਮਿਲਦਾ। ਅਸੀਂ ਗੁਰੂ ਮਰਿਆਦਾ ਤੇ ਗੁਰੂ ਪੰਥ ਲਈ ਹਿੱਕਾਂ ਦੇ ਵਿੱਚ ਖੜੇ ਹਾਂ। ਸਾਡੇ ਲਈ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈਗੇ, ਤੇ ਬਾਕੀ ਜਿਹੜੀ ਰਾਜਨੀਤੀ ਉਹ ਪਿੱਛੇ ਹੈ।